सत श्री अकाल बच्चों। धनी राम चातरिक जी ने अपनी कविता नवीं बहार राਹੀਂ आज़ादी तो बाद भारत विच जो राज प्रबंध स्थापित होया उहनूं अपने व्यंग का निशाना बनाया। क्योंकि बच्चों जदों असीं आज़ादी प्राप्त की तां असीं अंग्रेज तां कढ़ दित्ते अपने भारत विचों बाहर, पर मानसिकता साडी अंग्रेजां वाली सीगी। आम लोकां दे नाल साडे उस वेले दे नेतावां ने कुछ खास चंगा नहीं कीता। उन्हां दी भलाई दे लई जो उन्हां नूं करना चाहीदा सीगा ओह उन्हां ने नहीं कीता। पढ़दे हैं धनी राम चातरिक जी नवीं बहार कविता राਹੀਂ राज प्रबंध ते किस तरह व्यंग कसदे। नवीओ नवीं बहार समय दी, नवीओ नवीं बहार, नवीं हिस्टरी नवें फसाने, नवें शिकारी नवें निशाने, नवें चिराग नवें परवाने, नवें नवें दिलदार समय दी नवीओ नवीं बहार। कवि कहता है कि 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਭਾਰਤ ਵਿੱਚ ਇੱਕ ਨਵੇਂ ਤਰ੍ਹਾਂ ਦੀ ਬਹਾਰ ਆਈ, ਨਵੇਂ ਤਰ੍ਹਾਂ ਦਾ ਵਾਤਾਵਰਣ ਸਾਡੇ ਰਾਜ ਪ੍ਰਬੰਧਕਾਂ ਦੁਆਰਾ ਸਿਰਜਿਆ ਗਿਆ ਤੇ ਨਾਲ ਹੀ ਨਵੇਂ ਤਰ੍ਹਾਂ ਦਾ ਇਤਿਹਾਸ ਵੀ ਰਚਿਆ ਗਿਆ, ਨਵੇਂ ਤਰ੍ਹਾਂ ਦੇ ਫਸਾਨੇ ਭਾਵ ਕਹਾਣੀਆਂ ਲਿਖੀਆਂ ਗਈਆਂ। ਕਿਉਂਕਿ ਬੱਚਿਓ ਅਸੀਂ ਸਾਰਿਆਂ ਨੇ ਇਤਿਹਾਸ ਪੜ੍ਹਿਆ ਹੋਇਆ। ਚਲੋ ਸਾਨੂੰ ਆਜ਼ਾਦੀ ਤਾਂ ਮਿਲੀ, ਪਰ ਸਾਡੇ ਜੋ ਧਾਰਮਿਕ ਤੇ ਰਾਜਸੀ ਹਾਕਮ ਸੀਗੇ, ਆਗੂ ਸੀਗੇ ਸਾਡੇ ਲੀਡਰ, ਉਹਨਾਂ ਦੇ ਹੁੰਦੇ ਹੋਏ ਸਾਡੇ ਪੰਜਾਬ ਦੇ ਵਿੱਚ ਜੋ ਉਸ ਵੇਲੇ ਮਨੁੱਖਤਾ ਦਾ ਘਾਣ ਹੋਇਆ ਉਹ ਕਿਵੇਂ ਹੋਇਆ। ਇਹ ਤਾਂ ਸਾਨੂੰ ਇਤਿਹਾਸ ਵਿੱਚ ਪੰਨੇ ਨਹੀਂ ਚਾਹੀਦੇ ਸੀਗੇ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨਾਂ ਦੀ ਕੱਟਵੱਡ ਹੋਈ, ਫਿਰਕੂ ਫਸਾਦ ਹੋਏ। ਇਹੋ ਜਿਹਾ ਇਤਿਹਾਸ ਤਾਂ ਸਾਨੂੰ ਨਹੀਂ ਚਾਹੀਦਾ ਸੀਗਾ, ਪਰ ਉਹ ਰਚਿਆ ਗਿਆ। ਨਵੇਂ ਤਰ੍ਹਾਂ ਦੀਆਂ ਕਹਾਣੀਆਂ ਸਾਨੂੰ ਅੱਜ ਪੜ੍ਹਨੇ ਨੂੰ ਮਿਲ ਰਹੀਆਂ ਤੇ ਇਸ ਆਜ਼ਾਦੀ ਪਿੱਛੋਂ ਮਿਲੇ ਰਾਜ ਪ੍ਰਬੰਧ ਦੇ ਵਿੱਚ ਸ਼ਿਕਾਰੀ ਵੀ ਨਵੇਂ ਤਰ੍ਹਾਂ ਦੇ ਤੇ ਉਹਨਾਂ ਦੇ ਨਿਸ਼ਾਨੇ ਵੀ ਨਵੇਂ ਤਰ੍ਹਾਂ ਦੇ ਸੀਗੇ। ਹੁਣ ਪਹਿਲਾਂ ਤਾਂ ਸਾਡਾ ਸ਼ਿਕਾਰ ਕਰਨ ਦੇ ਲਈ ਅੰਗਰੇਜ਼ ਸੀਗੇ, ਭਾਰਤੀਆਂ ਦਾ ਸ਼ਿਕਾਰ ਕਰਨ ਵਾਲੇ ਕੌਣ ਸੀਗੇ? ਅੰਗਰੇਜ਼। ਤੇ ਹੁਣ ਸ਼ਿਕਾਰੀ ਵੀ ਆਪਣੇ ਹੀ ਲੋਕ ਬਣ ਗਏ ਤੇ ਉਹਨਾਂ ਦੇ ਨਿਸ਼ਾਨੇ ਤੇ ਵੀ ਸਾਡੇ ਗਰੀਬ ਆਮ ਮਜ਼ਲੂਮ ਲੋਕ ਹੀ ਰਹੇ। ਤੇ ਆਜ਼ਾਦੀ ਪਿੱਛੋਂ ਫਾਇਦਾ ਕਿਹਨਾਂ ਨੂੰ ਸੀਗਾ? ਜਿਹੜੇ ਅਮੀਰ ਲੋਕ ਸੀਗੇ, ਜਿਨ੍ਹਾਂ ਦੇ ਹੱਥ ਦੇ ਵਿੱਚ ਕੋਈ ਸ਼ਕਤੀ ਸੀਗੀ, ਉਹਨਾਂ ਨੂੰ ਹੀ ਨੌਕਰੀਆਂ, ਉਹਨਾਂ ਨੂੰ ਹੀ ਚੰਗਾ ਰਹਿਣ ਸਹਿਣ, ਉਹਨਾਂ ਦੇ ਹੀ ਪੱਲੇ ਪੈਸੇ ਸੀਗੇ ਤੇ ਉਹਨਾਂ ਦੇ ਹੀ ਪੱਲੇ ਜਾਇਦਾਦਾਂ ਸੀਗੀਆਂ ਤੇ ਬਾਕੀ ਤਾਂ ਲੋਕ ਰੁਲ ਗਏ। ਤੇ ਕਵੀ ਕਹਿੰਦਾ ਹੈ ਕਿ ਆਜ਼ਾਦੀ ਤੋਂ ਬਾਅਦ ਚਿਰਾਗ ਵੀ ਨਵੇਂ ਕਿਸਮ ਦੇ ਬਲੇ ਤੇ ਕੁਰਬਾਨ ਹੋਣ ਵਾਲੇ ਪਰਵਾਨੇ ਵੀ ਨਵੇਂ ਹੀ। ਨਵੀਂ ਤਰ੍ਹਾਂ ਦਾ ਗਿਆਨ ਲੋਕਾਂ ਦੇ ਵਿੱਚ ਵੰਡਿਆ ਗਿਆ, ਲੋਕਾਂ ਨੂੰ ਜਗਾਉਣ ਵਾਲੇ ਵੀ ਨਵੇਂ ਹੀ ਆਏ ਤੇ ਜਾਗ ਕੇ ਸ਼ਹੀਦੀਆਂ ਦੇਣ ਵਾਲੇ ਵੀ, ਮਰਨ ਵਾਲੇ ਵੀ ਨਵੇਂ ਹੀ ਪੈਦਾ ਹੋਏ ਤੇ ਨਵੇਂ ਨਵੇਂ ਦਿਲਦਾਰ ਭਾਵ ਸੱਜਣ ਮਿੱਤਰ ਵੀ ਦੇਖਣ ਨੂੰ ਮਿਲੇ। ਸਮੇਂ ਦੀ ਨਵੀਓ ਨਵੀਂ ਬਹਾਰ ਕਹਿੰਦਾ ਇਸ ਤਰ੍ਹਾਂ ਆਜ਼ਾਦੀ ਮਿਲਣ ਦੇ ਪਿੱਛੋਂ ਭਾਰਤ ਵਿੱਚ ਨਵੀਂ ਕਿਸਮ ਦਾ ਵਾਤਾਵਰਣ ਪੈਦਾ ਹੋਇਆ, ਨਵੀਂ ਬਹਾਰ ਦੇਖਣ ਨੂੰ ਮਿਲੀ। ਮਾਸ਼ੂਕਾਂ ਦੀ ਚਾਲ ਪੁਰਾਣੀ, ਗੱਲਾਂ ਨਾਲ ਰਿੜਕਣਾ ਪਾਣੀ, ਨਾ ਮਰਨਾ ਨਾ ਮੰਜੀ ਚਾਣੀ, ਲਾਈ ਰੱਖਣੀ ਲਾਰ ਸਮੇਂ ਦੀ ਨਵੀਓ ਨਵੀਂ ਬਹਾਰ। ਇਸ ਤਰ੍ਹਾਂ ਵਿਅੰਗ ਕੱਸਦੇ ਹੋਏ ਧਨੀ ਰਾਮ ਚਾਤਰਿਕ ਜੀ ਕਹਿੰਦੇ ਆ ਕਿ ਆਜ਼ਾਦੀ ਤੋਂ ਪਿੱਛੋਂ ਨਵੀਆਂ ਨਵੀਆਂ ਰਾਜ ਪ੍ਰਬੰਧਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਬਦਲਿਆ ਕੁਛ ਨਹੀਂ। ਜੋ ਅੰਗਰੇਜ਼ਾਂ ਵੇਲੇ ਸਾਡੇ ਭਾਰਤੀਆਂ ਦਾ ਮਾੜਾ ਹਾਲ ਸੀਗਾ ਉਹੀ ਮਾੜਾ ਹਾਲ ਸਾਡਾ ਹੁਣ ਵੀ ਰਿਹਾ ਤੇ ਸਾਡੇ ਭਾਰਤੀਆਂ ਦੇ ਲਈ ਇਹਨਾਂ ਹਾਕਮਾਂ ਨੂੰ ਕੁਝ ਕਰਨਾ ਚਾਹੀਦਾ ਸੀਗਾ। ਉਹਨਾਂ ਨੇ ਉਹੀ ਪੁਰਾਣੀ ਆਪਣੀ ਮਾਸ਼ੂਕਾਂ ਵਾਲੀ ਚਾਲ ਰੱਖੀ ਤੇ ਲਾਰੇ ਲੱਪਿਆਂ ਦੇ ਵਿੱਚ ਸਾਡੇ ਭਾਰਤੀਆਂ ਨੂੰ, ਸਾਡੇ ਗਰੀਬਾਂ ਨੂੰ ਉਲਝਾਈ ਰੱਖਿਆ ਤੇ ਗੱਲਾਂ ਦਾ ਹੀ ਪਾਣੀ ਰਿੜਕਦੇ ਰਹੇ। ਹੁਣ ਜਦੋਂ ਅਸੀਂ ਗੱਲਾਂ ਦਾ ਪਾਣੀ ਰਿੜਕਾਂਗੇ ਤਾਂ ਉਹਦੇ ਵਿੱਚੋਂ ਕੀ ਨਿਕਲੇਗਾ? ਜੇਕਰ ਵਿੱਚ ਕੁਝ ਹੋਏਗਾ ਤਾਂ ਹੀ ਕੁਝ ਨਿਕਲੇਗਾ। ਪਾਣੀ ਦੇ ਵਿੱਚੋਂ ਕੀ ਨਿਕਲਣਾ? ਗੱਲਾਂ ਦੇ ਵਿੱਚੋਂ ਕੀ ਨਿਕਲਣਾ? ਜੇਕਰ ਅਸੀਂ ਗੱਲਾਂ ਹੀ ਕਰੀ ਜਾਈਏ ਤੇ ਕੰਮ ਉਹਦੇ ਅਨੁਸਾਰ ਨਾ ਕਰੀਏ ਤਾਂ ਫਿਰ ਉਹਦੇ ਵਿੱਚੋਂ ਕੀ ਮਿਲੇਗਾ? ਇਹੀ ਕੰਮ ਉਸ ਵੇਲੇ ਦੇ ਹਾਕਮ ਕਰਦੇ ਰਹੇ ਤੇ ਇਸ ਤਰ੍ਹਾਂ ਉਹਨਾਂ ਨੇ ਕਿਸੇ ਵੀ ਕੰਡੇ, ਕਿਸੇ ਵੀ ਗੱਲ ਨੂੰ ਨਾ ਲਾ ਕੇ ਲੋਕਾਂ ਨੂੰ ਲਾਰਿਆਂ ਦੇ ਵਿੱਚ ਉਲਝਾਈ ਰੱਖਿਆ। ਇਸੇ ਕਰਕੇ ਇਹ ਨਵੀਂ ਬਹਾਰ ਸਮਝ ਨਹੀਂ ਲੱਗਦੀ ਕਿ ਕਿਹੋ ਜਿਹਾ ਵਾਤਾਵਰਣ ਭਾਰਤ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਸੀਗਾ। ਨਵੀਂ ਕਿਸਮ ਦੀ ਅਮਨ ਪਸੰਦੀ, ਜੀਵ ਕਲਮ ਦੀ ਨਾਕਾਬੰਦੀ, ਆਜ਼ਾਦੀ ਦੇ ਸਿਰ ਤੇ ਲਟਕੇ ਤਾਕਤ ਦੀ ਤਲਵਾਰ ਸਮੇਂ ਦੀ ਨਵੀਓ ਨਵੀਂ ਬਹਾਰ। ਤੇ ਆਜ਼ਾਦੀ ਦੇ ਪਿੱਛੋਂ ਸਾਡੇ ਉਸ ਵੇਲੇ ਦੇ ਰਾਜ ਪ੍ਰਬੰਧਕਾਂ ਦੇ ਦੁਆਰਾ ਨਵੀਂ ਕਿਸਮ ਦਾ ਅਮਨ ਪੈਦਾ ਕੀਤਾ ਗਿਆ, ਨਵੀਂ ਕਿਸਮ ਦੀ ਨਵੇਂ ਤਰੀਕੇ ਦੇ ਨਾਲ ਉਹਨਾਂ ਨੇ ਸ਼ਾਂਤੀ ਬਹਾਲੀ ਕੀਤੀ। ਕਿਸ ਤਰ੍ਹਾਂ ਦੀ ਕੀਤੀ? ਉਹਨਾਂ ਨੇ ਸਾਡੀ ਜੀਭ ਤੇ ਕਲਮ ਤੇ ਨਾਕਾਬੰਦੀ ਲਾ ਦਿੱਤੀ। ਨਾ ਤਾਂ ਅਸੀਂ ਕੁਝ ਬੋਲ ਸਕਦੇ ਸੀਗੇ ਤੇ ਨਾ ਹੀ ਕੁਝ, ਜੇਕਰ ਪ੍ਰਬੰਧ ਦੇ ਵਿੱਚ ਕੁਝ ਮਾੜਾ ਲੱਗਦਾ ਤਾਂ ਉਹਦੇ ਖਿਲਾਫ ਲਿਖਿਆ ਵੀ ਨਹੀਂ ਜਾ ਸਕਦਾ ਸੀਗਾ। ਜੇਕਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਤਾਂ ਅਖਬਾਰਾਂ ਦੇ ਵਿੱਚ ਲਿਖਣਾ ਜ਼ਰੂਰੀ ਹੈ, ਲੇਖਕਾਂ ਦੇ ਦੁਆਰਾ ਲੋਕਾਂ ਦੇ ਸਾਹਮਣੇ ਉਹਨਾਂ ਕਮੀਆਂ ਨੂੰ ਲੈ ਕੇ ਆਉਣਾ ਜ਼ਰੂਰੀ ਹੈ। ਪਰ ਸਮੇਂ ਦੇ ਹਾਕਮਾਂ ਨੇ
ਲੋਕਾਂ ਦੇ ਬੋਲਣ ਦੇ ਉੱਤੇ ਪਾਬੰਦੀ ਲਾ ਦਿੱਤੀ ਤੇ ਕਲਮ ਦੇ ਉੱਤੇ ਕੁਝ ਲਿਖਣ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ। ਇਸ ਤਰ੍ਹਾਂ ਆਜ਼ਾਦੀ ਦੇ ਸਿਰ ਦੇ ਉੱਤੇ ਤਾਕਤ ਦੀ ਤਲਵਾਰ ਨੂੰ ਲਟਕਾ ਦਿੱਤਾ ਗਿਆ। ਜੇਕਰ ਕੁਝ ਬੋਲੇਗਾ ਤਾਂ ਉਸ ਨੂੰ ਉਸ ਤਲਵਾਰ ਦੀ ਤੇਜ਼ ਧਾਰ ਦਾ ਸਾਹਮਣਾ ਕਰਨਾ ਪਏਗਾ। ਸਮੇਂ ਦੀ ਨਵੀਂ ਬਹਾਰ। ਇਸ ਕਰਕੇ ਕਵੀ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਪਿੱਛੋਂ ਸਾਡੇ ਭਾਰਤ ਦੇ ਵਿੱਚ ਇੱਕ ਕਿਹੋ ਜਿਹੀ ਨਵੀਂ ਬਹਾਰ ਆਈ ਹੈ, ਕਿਹੋ ਜਿਹਾ ਵਾਤਾਵਰਣ ਬਣਾਇਆ ਗਿਆ ਜੋ ਕਿ ਸਾਡੇ ਭਾਰਤੀਆਂ ਦੇ ਅਨੁਸਾਰ ਬਿਲਕੁਲ ਵੀ ਨਹੀਂ ਸੀ। ਇਸ ਤਰ੍ਹਾਂ ਧਨੀ ਰਾਮ ਚਾਤ੍ਰਿਕ ਜੀ ਸਮੇਂ ਦੇ ਰਾਜ ਪ੍ਰਬੰਧ ਦੇ ਉੱਤੇ, ਹਾਕਮਾਂ ਦੇ ਉੱਤੇ, ਸਰਕਾਰ ਦੇ ਉੱਤੇ ਇਹ ਵਿਅੰਗ ਕੱਸਦਾ ਹੈ ਕਿ ਇਸ ਬਹਾਰ ਦੀ ਲੋਕਾਂ ਨੂੰ ਸਮੇਂ ਦੇ ਹਾਕਮਾਂ ਤੋਂ ਬਿਲਕੁਲ ਵੀ ਆਸ ਨਹੀਂ ਸੀ।